ਜਦੋਂ ਦੀ ਮੈਂ ਇਸ ਘਰ 'ਚ ਆਈ ਹਾਂ ਮੈਨੂੰ ਨਹੀਂ ਯਾਦ ਕਿ ਕਦੇ ਪਾਪਾ ਜੀ ਨੇ ਸਾਨੂੰ ਕਿਸੇ ਵੀ ਗੱਲੋਂ ਰੋਕਿਆ ਹੋਵੇ। ਪਾਪਾ ਜੀ ਤਾਂ ਸਾਨੂੰ ਆਪਣੀ ਨੂੰਹਾਂ ਵਾਂਗ ਨਹੀਂ ਧੀਆਂ ਵਾਂਗ ਰੱਖਦੇ। ਮੈਨੂੰ ਨਹੀਂ ਪਤਾ ਸੀ ਕਿ ਉਹ ਜਠਾਣੀ ਜੀ ਨੂੰ ਇੱਕ ਗੱਲ ਕਹਿਣਗੇ ਤੇ ਉਹ ਉਹਨਾਂ ਦੀ ਗੱਲ ਨਹੀਂ ਮੰਨਣਗੇ, ਸਗੋਂ ਬਾਜਵਾ ਪਰਿਵਾਰ ਦੀ ਇੱਜ਼ਤ ਦੇ ਬਾਰੇ ਨਾ ਸੋਚਦੇ ਹੋ ਇਹਦਾ ਵਿਹਾਰ ਕਰਨਗੇ। ਇਹ ਨਹੀਂ ਪਤਾ ਸੀ ਮੈਨੂੰ। ਪਤਾ ਤਾਂ ਮੈਨੂੰ ਵੀ ਨਹੀਂ ਸੀ ਪੁੱਤਰ ਜੀ ਇਹ ਸਭ ਹੋ ਕੀ ਰਿਹਾ। ਹੁਣ ਇਹ ਤਾਂ ਭਗਵਾਨ ਹੀ ਜਾਣਦੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਪਿਆ ਤੇ ਉਹ ਕੀ ਕਰਨਾ ਚਾਹੁੰਦੇ ਨੇ। ਹਾਂਜੀ ਪਾਪਾ जी, अज तक जूनी भाभी जी ने तुहाडी भी कोई गल नहीं सुनी। आओ जूनी पुत्र जी बैठो। अजूनी बेटा जी, तुसी सानू सारिਆਂ ਨੂੰ ਦੱਸੋਗੇ ਵੀ ਆਖਰ ਤੁਹਾਡੇ ਮਨ ਦੇ ਵਿੱਚ ਚੱਲਦਾ ਕੀ ਪਿਆ। ਪਹਿਲਾਂ ਤਾਂ ਤੁਸੀਂ ਨਿਰਗੁਣ ਮਾਤਾ ਜੀ ਨੂੰ ਆਪਣੀ ਗੱਲ ਸਾਬਤ ਕਰਨ ਦੀ ਗੱਲ ਕੀਤੀ ਤੇ ਜੇ ਕੋਈ ਹੋਰ ਨਹੀਂ ਮਿਲਿਆ ਤਾਂ ਹੁਣ ਤੁਸੀਂ ਅਬ ਬਿੱਲੂ ਨੂੰ ਪੜਾਉਣਾ ਸ਼ੁਰੂ ਕਰਤਾ। ਆਖਰ ਕਿਉਂ ਪੁੱਤਰ ਜੀ? हाँ नू रानी ऐदा किद्दां हो, ये ठीक है कि तू पिंड दे लोकां नूं पढ़ाउणा चाहुंदी है, बहुत चंगी गल है, पर उसे जमीन ते स्कूल खोलना ये सेहत तां ठीक नहीं पुत्त। भाभी जी लोगों ने जिहड़ियां चार गल्लां करनी होंदियां बाजवा परिवार बारे वो मेरे करके कर ही लैंदे ने। तुसी भी उसे राह ते क्यों तुर पे कि लोकी तुहानू देख के भी गल्लां करन। तुसी तां अज तक सिर्फ बाजवा परिवार की इज्जत बनाई है। हुण तुसी बस अज छड्डो ते जाके निर्गुण माता जी कोलों माफी मांग लो ते सारी गल मुकाओ। बस इदां लोकां नू बाजवा परिवार का मजाक बनाउंदे नहीं देख सकते असी। जशन पाजी बस 2 दिन दी तां गल है ते जे ना 2 दिनां दे विच मैं वैसे भी किसी नू ना पढ़ा सकी तां मेरा स्कूल पढ़न दा सुपना तो उवें भी टुट ही जाना। इस करके मैनू ये 2 दिन तक कोशिश कर लैन दिओ। ये 2 दिन मैनू अपनी मर्जी कर लैन दिओ, क्योंकि नहीं तो मैनू ऐदा ही लगना है ना कि मैं कोशिश किए बिना ही हार मान ली। पर अजूनी पुत्र जी साडी गल अजूनी बेटा जी तो साढ़े सारियां चो किसी की गल भी नहीं समझ रहे। सोरा पुत्र जी तुसी एक बारी गल करके देखो। जुगनू फोन चक लै, पापा ने तो गोली भी सीधा तेरे मत्थे च मारनी है, बचन का तो चांस भी नहीं मिलना तेनू। फिर ना कहीं रेनू ने दसिया नहीं। फोन पता नहीं कित्थे रख के बैठा है। जुगनू पापा जी तेनू मिलन आ रहे ने ते हुण मैं उन्हां नूं रोक भी नहीं सकदी। पापा जी यही है घर जुगनी दा।
ਚੁੰਨੀ ਜੀ ਇਹ ਸਭ ਕਿਵੇਂ ਕਰ ਰਹੇ ਨੇ ਤੁਸੀਂ? ਮੇਰਾ ਮਤਲਬ ਪਹਿਲਾਂ ਤੁਸੀਂ ਨਿਰਗੁਣ ਮਾਤਾ ਜੀ ਨੂੰ ਸਕੂਲ ਵਾਸਤੇ ਮਨਾਉਣ ਚਲੇ ਗਏ, ਫਿਰ ਉਹਨਾਂ ਨੇ ਤੁਹਾਡੇ ਸਾਹਮਣੇ ਇੱਕ ਸ਼ਰਤ ਰੱਖੀ ਤੇ ਤੁਸੀਂ ਮੰਨ ਵੀ ਲਈ, ਤੇ ਫਿਰ ਉੱਥੇ ਲਿਆ ਕੇ ਬਿੱਲੂ ਨੂੰ ਪੜਾਉਣ ਦਾ ਕੀ ਮਤਲਬ? ਕੋਈ ਗੱਲ ਨਹੀਂ ਜ਼ਰਾਵਰ ਜੀ, ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ। ਬਸ ਤੁਸੀਂ ਆਪ ਲੋਕਾਂ ਦੀ ਪਰਵਾਹ ਨਾ ਕਰੋ। ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ਚੁੰਨੀ ਜੀ, ਤੇ ਨਾ ਹੀ ਮੈਨੂੰ ਕੋਈ ਫਰਕ ਪੈਂਦਾ ਕਿ ਕੋਈ ਕੀ ਸੋਚਦਾ। ਪਰ ਬਿੱਲੂ ਤਾਂ ਮੱਝ ਆ, ਉਹਨੂੰ ਤੁਸੀਂ ਕਿਵੇਂ ਪੜਾ ਸਕਦੇ ਹੋ? ਤੁਸੀਂ ਮੱਝ ਅੱਗੇ ਬੀਨ ਕਿਉਂ ਵਜਾ ਰਹੇ ਹੋ? ਜ਼ਰਾਵਰ ਜੀ ਬਸ ਤੁਸੀਂ ਮੈਨੂੰ 2 ਦਿਨ ਦਿਓ। ਤੁਸੀਂ 2 ਦਿਨ ਮੇਰੇ ਤੇ ਭਰੋਸਾ ਕਰਕੇ ਤਾਂ ਵੇਖੋ, ਫਿਰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕੌਣ ਕਿੰਨਾ ਕੁ ਤੇ ਕੀ ਪੜਦਾ ਹੈ। ਮੈਨੂੰ ਤਾਂ ਤੁਹਾਡੇ ਉੱਤੇ ਬਹੁਤ ਭਰੋਸਾ ਚੁੰਨੀ ਜੀ, ਤਾਂ ਹੀ ਤਾਂ ਮੈਂ ਤੁਹਾਡਾ ਸਾਥ ਦੇਣ ਲਈ ਹਾਂ ਕੀਤੀ ਸੀ। ਜ਼ਰਾਵਰ ਜੀ ਰੁਕੋ। ਕੀ ਹੋਇਆ ਚੁੰਨੀ ਜੀ? ਜ਼ਰਾਵਰ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕੁਛ ਨਾ ਕੁਛ ਦਾਲ 'ਚ ਕਾਲਾ ਜ਼ਰੂਰ ਹੈ। ਦਾਲ ਚ ਕਾਲਾ? ਪਰ ਕੀ? ਤੁਸੀਂ ਮੈਨੂੰ 1 ਮਿੰਟ ਦਿਓ। ਕੀ ਹੋਇਆ ਚੁੰਨੀ ਜੀ? ਮੈਂ ਦੱਸਦੀ ਹਾਂ ਤੁਹਾਨੂੰ। The number you are calling is currently switched off. ਚੁੰਨੀ ਜੀ ਕੀ ਹੋਇਆ, ਕੀ ਸੋਚ ਰਹੇ ਹੋ? ਜ਼ਰਾਵਰ ਜੀ ਸਾਨੂੰ ਉਸ ਬੰਦੇ ਨੇ ਕਿਹਾ ਸੀ ਕਿ ਇਹ ਦੁਕਾਨ ਤਾਂ ਪਿਛਲੇ ਕਈ ਸਾਲਾਂ ਤੋਂ ਬੰਦ ਹੈ ਨਾ, ਤਾਂ ਫਿਰ ਤੁਸੀਂ ਆਪ ਵੇਖੋ ਇਸ ਬੈਨਰ ਤੇ ਲਿਖਿਆ ਹੋਇਆ ਮੋਬਾਈਲ ਨੰਬਰ। ਤੇ ਜੇ ਕਈ ਸਾਲਾਂ ਦੀ ਗੱਲ ਹੈ ਤਾਂ ਇਸ ਪਿੰਡ ਦੇ ਵਿੱਚ ਤਾਂ ਮੋਬਾਈਲ ਟਾਵਰ ਹੀ ਨਹੀਂ ਸੀ ਉਦੋਂ, ਤੇ ਉਹ ਵੀ ਕੁਝ ਕੁ ਸਾਲ ਪਹਿਲਾਂ ਪਾਪਾ ਜੀ ਨੇ ਲਗਵਾਏ ਸੀ। ਤਾਂ ਇਹਦਾ ਮਤਲਬ ਤੇ ਇਹੀ ਹੋਇਆ ਨਾ ਕਿ ਉਹ ਬੰਦਾ ਸਾਨੂੰ ਝੂਠ ਬੋਲ ਰਿਹਾ ਸੀ। ਮਤਲਬ ਬੰਦਾ ਸਾਨੂੰ ਸਾਰਾ ਕੁਝ ਝੂਠ ਬੋਲ ਗਿਆ? ਬਸ ਫਿਰ ਹੁਣ ਤੁਸੀਂ ਮੇਰੀ ਗੱਲ ਨੂੰ ਸਮਝੋ। ਤੁਸੀਂ ਉਹ ਮੂਰਤੀ ਦੀ ਕਹਾਣੀ ਦਾ ਮੁੱਢ ਲੱਭੋਗੇ ਤੇ ਮੈਂ ਨਿਰਗੁਣ ਮਾਤਾ ਜੀ ਦੀ ਸ਼ਰਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੀ। ਤੇ ਜੇ ਸਾਡੇ ਦੋਵਾਂ ਦੀ ਸ਼ਰਤਾਂ ਵਿੱਚੋਂ ਕਿਸੇ ਇੱਕ ਦੀ ਵੀ ਸ਼ਰਤ ਪੂਰੀ ਹੋਗੀ ਨਾ, ਤਾਂ ਉਸ ਜ਼ਮੀਨ ਤੇ ਸਕੂਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ, ਕੋਈ ਵੀ ਨਹੀਂ। ਇਸ ਲਈ ਤੁਹਾਡਾ ਸਾਥ ਦੇਣ ਲਈ ਤਾਂ ਮੈਂ ਘਰ ਪਹਿਲਾਂ ਆ ਗਿਆ ਸੀ, ਪਰ ਜਦੋਂ ਮੈਂ ਪਹਿਲਾਂ ਘਰ ਆ ਕੇ ਮੂਰਤੀ ਦੇਖੀ ਤਾਂ ਮੈਨੂੰ ਉਹਦੇ 'ਚ ਕੁਝ ਅਜੀਬ ਜਿਹਾ ਲੱਗਿਆ। ਅਜੀਬ? ਪਰ ਉਹ ਕੀ? ਆਓ ਤੁਸੀਂ, ਮੈਂ ਦਿਖਾਉਣਾ ਤੁਹਾਨੂੰ। ਆਹੀ ਘਰ ਹੈ ਨਾ? ਹਾਂਜੀ ਪਾਪਾ ਜੀ ਇਹੀ ਹੈ। ਆ ਮੇਰੇ ਨਾਲ। ਜੁਗਨੂ ਹੁਣ ਤਾਂ ਤੇਰੀ ਸਮਾਧੀ ਅੱਛੀ ਬਣੂਗੀ ਤੇ ਮੇਰੀ ਵੀ। जुगनी बेटा, जुगनी बेटा जी ਅਸੀਂ ਖਾਣਾ ਲੈ ਕੇ ਆਏ ਆ। ਸ਼ਾਹੀ ਪਨੀਰ। ਲੱਗਦਾ ਜ਼ਿਆਦਾ ਹੀ ਬਿਮਾਰ ਹੈ। ਕੋਈ ਚੱਕਰ ਤਾਂ ਨਹੀਂ ਆ ਗਿਆ? ਪਤਾ ਨਹੀਂ ਪਾਪਾ, ਦਿਖਦਾ ਨਹੀਂ ਕੋਈ। ਚੱਕਰ ਤਾਂ ਮੈਨੂੰ ਆ ਰਿਹਾ, ਟਿਕਣ ਵਾਲੀ ਤਾਂ ਹੁਣ ਮੈਂ ਆ। ਲੱਗਦਾ ਦਰਵਾਜ਼ਾ ਤੋੜਨਾ ਹੀ ਪੈਣਾ। सत श्री अकाल जी। ਸਤਿ ਸ੍ਰੀ ਅਕਾਲ बेटा। मैं जुगनी। सत श्री अकाल तेनू, किवें आ तू? बेटा आओ खाना खा लो। ਆ ਵੇਖ ਚੁਲਬੁਲੀ, ਲੋਕਾਂ ਨੇ ਕੀ ਲਿਖਿਆ ਛੋਟੀ ਜਠਾਣੀ ਬਾਰੇ। ਕਹਿੰਦੇ ਲੋ ਮੱਝ ਦੇ ਅੱਗੇ ਬੀਨ ਬਜਾਉਂਦੀ ਜੋਗਣ ਅਜੂਨੀ ਮੈਡਮ। ਤੇ ਇੱਕ ਹੋਰ ਨੇ ਲਿਖਿਆ ਹੈ ਕਾਲਾ ਅੱਖਰ ਮੱਝ ਬਰਾਬਰ ਤਾਂ ਸੁਣਿਆ ਸੀ, ਇਹ ਤਾਂ ਅਜੂਨੀ ਮੈਡਮ ਮੱਝ ਨੂੰ ਇੱਕ ਕਾਲਾ ਅੱਖਰ ਪੜਾਉਣ ਨੂੰ ਫਿਰਦੀ ਹੈ।
ਹਜੇ ਤਾਂ ਸਾਰੇ ਕਮੈਂਟ ਦਿਸਦੇ ਨਹੀਂ ਹੋਣੇ ਤੁਹਾਨੂੰ। ਹਾਂ ਥੱਲੇ ਦੇਖੋ, ਇੱਕ ਟੀਚਰ ਨੇ ਕੀ ਲਿਖਿਆ ਹੈ। हाँ लिखा है, पता नहीं कितों पढ़ाई की है जूनी मैडम ने। सानू तो कदे भी नहीं सिखाया किसी ने बिल्ली नू पढ़ाना भी। सच्ची मैं तो सुनिया सी रब ना थप्पड़ मारदा ना लत मारदा, ਜਦੋਂ ਵੀ ਮਾਰਦਾ ਹੈ ਬੰਦੇ ਦੀ ਮੱਤ ਹੀ ਮਾਰਦਾ ਹੈ। ਅੱਜ ਤਾਂ ਇਹ ਗੱਲ ਵੇਖ ਵੀ ਲਿੱਤੀ। ਅਸੀਂ ਤਾਂ ਉਹਨੂੰ ਸਕੂਲ ਬਣਾਉਣ ਤੋਂ ਰੋਕਣਾ ਸੀ, ਪਿੰਡ ਵਾਲੇ ਨੂੰ ਪੜਾਉਣ ਤੋਂ ਰੋਕਣਾ ਸੀ, ਉਹਨੂੰ ਸਾਡੀ ਇੰਨੀ ਕੀਮਤੀ ਜ਼ਮੀਨ ਨੂੰ ਬਰਬਾਦ ਕਰਨ ਤੋਂ ਰੋਕਣਾ ਸੀ। ਪਰ ਉਹ ਤਾਂ ਲੋਕਾਂ ਦੀ ਨਜ਼ਰਾਂ ਵਿੱਚ ਆਪਣੇ ਆਪ ਨੂੰ ਪਾਗਲ ਸਾਬਿਤ ਕਰਨ ਤੇ ਤੁਲੀ ਹੋਈ ਹੈ। ਤੇ ਉਤੋਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਬਣਾ ਕੇ ਆਪਣੇ ਆਪ ਨੂੰ ਹੀ ਉਹਨਾਂ ਦਾ ਦੁਸ਼ਮਣ ਬਣਾ ਲੈਣਾ ਉਹਨੇ। ਮੈਨੂੰ ਨਹੀਂ ਪਤਾ ਸੀ ਇੱਕ ਮੂਰਤੀ ਖਰੀਦ ਕੇ ਉਹਨੂੰ ਜ਼ਮੀਨ 'ਚ ਦੱਬਣ ਨਾਲ ਸਾਨੂੰ ਇੰਨਾ ਫਾਇਦਾ ਹੋ ਜਾਊਗਾ। ਹਾਂਜੀ ਦੱਬੀ ਮੂਰਤੀ ਸੀ ਤੇ ਨਿਕਲਿਆ ਖਜ਼ਾਨਾ। ਅਜੇ ਤਾਂ ਉਹ ਮੂਰਤੀ ਵੀ ਪੂਰੀ ਸਹੀ ਨਹੀਂ ਸੀ। अब एक नवा कमेंट आया। अंकल जी आ सब कुछ मेरे लिए वो भी इत्थों तक अब इन्नी खिचला करने की लोड़ सी? नहीं पुत्त, ਇਹੋ ਜੀ ਕੋਈ ਗੱਲ ਨਹੀਂ। ਜੇ ਤੂੰ ਰੇਣੂ ਦੀ ਸਹੇਲੀ ਹੈ ਤੇ ਮੇਰੀ ਵੀ ਧੀ ਵਰਗੀ ਹੋਈ ਨਾ, ਤੇ ਆਪਣੀ ਬਿਮਾਰ ਧੀ ਨੂੰ ਮਿਲਣ ਵੀ ਨਹੀਂ ਆਉਂਦਾ ਮੈਂ। थैंक यू अंकल जी। ਤੁਸੀਂ ਇੱਥੇ ਇਕੱਲੇ ਰਹਿੰਦੇ ਹੋ, ਉਹ ਵੀ ਇਸ ਹਾਲਤ 'ਚ? हाँ जी अंकल जी, मैं तो कल ही रहनी है जी। ਇਕੱਲੇ ਮਤਲਬ ਤੁਹਾਡੇ ਮਾਤਾ ਪਿਤਾ? ਪੁੱਛੋ ਨਾ ਅੰਕਲ ਜੀ, ਮੇਰੇ ਮੰਮੀ ਪਾਪਾ ਮੈਨੂੰ ਬਚਪਨ ਚ ਕੱਲਾ ਛੱਡ ਕੇ ਚਲੇ ਗਏ ਸੀ। पर जुगनी तेरा भरा जुगनू तो है ना? मेरा मतलब मेरे मम्मी पापा मैनू ते मेरे भरा दोवां नू कल्लिਆਂ ਨੂੰ ਛੱਡ ਕੇ ਚਲੇ ਗਏ ਸੀ ਤੇ ਹੁਣ ਮੈਂ ਤੇ ਮੇਰਾ ਭਰਾ ਜੁਗਨੂ ਰਹਿੰਦੇ ਇੱਥੇ। ਮੇਰਾ ਭਰਾ ਜੁਗਨੂ ਬੜਾ ਚੰਗਾ ਆ। ਉਹ ਜੇ ਚੰਗਾ ਹੈ ਤੇ ਆਪਣੀ ਬਿਮਾਰ ਭੈਣ ਨੂੰ ਕੱਲੀ ਨੂੰ ਛੱਡ ਕੇ ਕਿੱਥੇ ਚਲਾ ਗਿਆ? ਕੰਮ ਅੰਕਲ ਜੀ, ਕੰਮ ਵੀ ਤਾਂ ਹੁਣ ਬੰਦੇ ਨੇ ਕਰਨੇ ਹੁੰਦੇ ਆ ਨਾ। ਤੁਹਾਨੂੰ ਪਤਾ ਮੇਰਾ ਭਰਾ ਕੱਲਾ ਸਾਰੇ ਕੰਮ ਸੰਭਾਲਦਾ, ਸਾਰੀ ਖੇਤੀਬਾੜੀ ਸੰਭਾਲਦਾ। ਇੰਨਾ ਚੰਗਾ ਮੇਰਾ ਭਰਾ ਜੁਗਨੂ। ਚਲ ਉਹਨੂੰ ਤੂੰ ਕੰਮ ਕਰਨ ਦੇ, ਪਰ ਅੱਜ ਤੋਂ ਬਾਅਦ ਜਦੋਂ ਤੱਕ ਤੂੰ ਠੀਕ ਨਹੀਂ ਨਾ ਹੋ ਜਾਂਦੀ, ਮੈਂ ਤੈਨੂੰ ਹਰ ਰੋਜ਼ ਦੇਖਣ ਆਉਂਦਾ ਰਵਾਂਗਾ। ਤੇਰੇ ਲਈ ਖਾਣਾ ਵੀ ਬਣਾ ਕੇ ਲੈ ਕੇ ਆਵਾਂਗਾ। ਉਹ ਜੇ ਮੈਂ ਰੇਣੂ ਦਾ ਪਿਓ ਆ ਤੇ ਤੇਰੇ ਵੀ ਪਿਓ ਵਰਗਾ ਹੀ ਹੋਇਆ ਨਾ। ਲੈ ਪੁੱਤ ਰੋਟੀ ਖਾ ਲੈ, ਉਹ ਮੂੰਹ ਖੋਲ। ਆ ਸ਼ਾਹੀ ਪਨੀਰ ਮੈਂ ਆਪ तेरे लिए बनाया है। थैंक यू जी। बादाम कोट के तू खा, बहुत स्वाद है जी। स्वाद है ना? लाहौर बुरकी छोटी दो जी। ਅਜੂਨੀ ਜੀ, ਜਦੋਂ ਮੈਂ ਅੱਜ ਛੇਤੀ ਆ ਕੇ ਘਰੇ ਮੂਰਤੀ ਨੂੰ ਦੇਖਿਆ ਤਾਂ ਮੈਨੂੰ ਮੂਰਤੀ ਸਹੀ ਨਹੀਂ ਲੱਗੀ। ਇਸ ਦੇ ਪਿਛਲੇ ਪਾਸੇ ਮਿੱਟੀ ਲਈ ਹੋਵੇ ਤੇ ਕਿਸੇ ਨੇ ਦੁਬਾਰਾ ਠੀਕ ਕੀਤੀ ਹੋਵੇ। ਤੇ ਪੁਰਾਣੇ ਵੇਲੇ 'ਚ ਇਹੋ ਜਿਹੇ ਨੰਬਰ ਮੂਰਾ ਤਾਂ ਹੁੰਦੀਆਂ ਨਹੀਂ ਹੋਣਗੀਆਂ ਮੂਰਤੀਆਂ ਦੇ। ਬਿਲਕੁਲ ਸਹੀ ਕਿਹਾ ਤੁਸੀਂ, ਪਰ ਕੋਈ ਗੱਲ ਨਹੀਂ, ਹੁਣੇ ਲੱਗ ਜਾਂਦਾ ਪਤਾ। ਇਹ ਤੁਸੀਂ ਕੀ ਕਰ ਰਹੇ ਹੋ? बस थोड़ी जी रिसर्च, ਇਹਦੇ ਨਾਲ ਸਾਨੂੰ ਬਹੁਤ ਕੁਝ ਪਤਾ ਲੱਗ ਸਕਦਾ ਹੈ। एक मिनट, ਆ ਵੇਖੋ ਜ਼ਰਾਵਰ ਜੀ, ਇੰਟਰਨੈਟ ਤੇ ਮੂਰਤੀਆਂ ਬਾਰੇ ਸਾਫ਼-ਸਾਫ਼ ਲਿਖਿਆ ਹੈ। ਕਿਉਂਕਿ ਪੁਰਾਣੇ ਵੇਲਿਆਂ 'ਚ ਜੋ ਮੂਰਤੀਆਂ ਹੁੰਦੀਆਂ ਸੀ
ਉਹਨਾਂ ਨੂੰ ਤਾਂ ਹਥੌੜਿਆਂ ਤੇ ਛਾਣੀਆਂ ਨਾਲ ਤਰਾਸ਼ ਕੇ ਬਣਾਇਆ ਜਾਂਦਾ ਸੀ, ਪਰ ਅੱਜ ਕੱਲ੍ਹ ਆ ਗਈਆਂ ਨੇ ਇੱਦਾਂ ਦੀਆਂ ਮੂਰਤੀਆਂ। ਅੱਜ ਕੱਲ੍ਹ ਦੀਆਂ ਮੂਰਤੀਆਂ ਦੇ ਵਿੱਚ ਤਾਂ ਚੂਨੇ ਦੇ ਘੋਲ ਨੂੰ ਪਾ ਕੇ ਸੁਕਾਇਆ ਜਾਂਦਾ ਹੈ। ਤੁਸੀਂ ਸਮਝ ਰਹੇ ਹੋ ਨਾ ਮੈਂ ਕੀ ਕਹਿਣਾ ਚਾਹ ਰਹੀ ਹਾਂ? ਇਹਦਾ ਮਤਲਬ ਕਿ ਇਹ ਮੂਰਤੀ ਪੁਰਾਣੇ ਵੇਲੇ ਦੀ ਹੈ ਹੀ ਨਹੀਂ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਇਹ ਮੂਰਤੀ ਅੱਜ ਕੱਲ੍ਹ ਦੀ ਬਣੀ ਹੋਈ ਹੈ। ਜ਼ੋਰਾਵਰ ਜੀ ਤੁਸੀਂ ਇਹ ਦੱਸੋ ਕਿ ਇੱਦਾਂ ਦੀਆਂ ਮੂਰਤੀਆਂ ਬਣਦੀਆਂ ਕਿੱਥੇ ਨੇ ਸਾਡੇ ਨੇੜੇ ਤੇੜੇ? ਤਾਂ ਜੁਨੀ ਜੀ ਇੱਥੇ ਮਰਿੰਡੇ ਦੇ ਨੇੜੇ ਤੇੜੇ ਲੋਕ ਸੜਕਾਂ ਕਿਨਾਰੇ ਵੇਚਦੇ ਨੇ, ਉੱਥੇ ਰੰਗ ਰੂੰਗ ਕਰਕੇ ਮੂਰਤੀਆਂ ਵੇਚਦੇ ਨੇ। ਬਸ ਫਿਰ ਜਦੋਂ ਕੱਲ ਮੈਂ ਬਿੱਲੂ ਨੂੰ ਪੜਾਉਂਗੀ ਤਾਂ ਤੁਹਾਨੂੰ ਇੱਕ ਕੰਮ ਕਰਨਾ ਪਏਗਾ। ਪਰ ਉਹ ਕੀ ਹੈ ਜੁਨੀ ਜੀ? जय श्री जय श्री माता जी। प्रभु तेनु सद्बुद्धि बख्शे। नहीं पापा जी आज ना कुछ क्यों मैनू बस अपना आशीर्वाद दियो कि मैं अपने इरादियां दे विच कामयाब हो पावां। ਵੇਖਿਆ ਪਾਪਾ ਜੀ, ਜਠਾਣੀ ਜੀ ਤਾਂ ਕਿਸੇ ਦੀ ਵੀ ਗੱਲ ਮੰਨਣ ਲਈ ਤਿਆਰ ਨਹੀਂ, ਪਰ ਸਾਨੂੰ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਨਾ। ਉੱਥੇ ਤਾਂ ਪੂਰਾ ਪਿੰਡ ਇਕੱਠਾ ਹੋਇਆ ਹੋਣਾ। ਉਹ ਭਾਵੇਂ ਜੋ ਮਰਜ਼ੀ ਕਰਨ, ਸਹੀ ਜਾਂ ਗਲਤ, ਪਰ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਪਾਪਾ ਜੀ ਭਾਵੇਂ ਅਸੀਂ ਉਹਨਾਂ ਦੇ ਇਸ ਕੰਮ 'ਚ ਉਹਨਾਂ ਦੇ ਨਾਲ ਨਹੀਂ, ਪਰ ਅਸੀਂ ਉਹਨਾਂ ਨੂੰ ਬਿਲਕੁਲ ਇਕੱਲਾ ਤਾਂ ਨਹੀਂ ਛੱਡ ਸਕਦੇ ਨਾ। हाँ जी पापा जी, समरीन बिल्कुल ठीक कह रही है। पापा को भाभी जी के कोल जाना चाहिए। नाले जे तुसी सारे अज उत्थे ना गए तो तमाशा किद्दां हो? तुहाडे बाजवा परिवार दा ना मिट्टी च किद्दां मिलू? जिवें कि तुसी मेरे पीछे देख ही सकते हो, ये वखरा नज़ारा, इहो जिहा नज़ारा जिहड़ा तुसी पहला किते कदी देखिया नहीं होना। ते इस नज़ारे दे पिछे है सिक्ख्या मंत्री सरदार नवदीप सिंह बाजवा दी वड्डी नूंह दा अजीबो गरीब दावा, जिथे निर्गुण माता ते उन्हां दे भगत चाहुंदे हन कि इस धरती उत्ते माता रानी दा मंदिर बने, उत्थे ही अजूनी बाजवा उरे एक स्कूल बनाउणा चाहुंदे हन। उन्हां दा दावा है कि ਉਹ 3 ਦਿਨਾਂ ਦੇ ਵਿੱਚ ਇੱਕ ਵਿਦਿਆਰਥੀ ਨੂੰ ਪੜ੍ਹਨ ਲਿਖਣ ਯੋਗ ਬਣਾਉਂਗੇ ਤੇ ਉਹਨਾਂ ਦਾ ਅਜੀਬੋ ਗਰੀਬ ਵਿਦਿਆਰਥੀ ਹੈ ਉਹਨਾਂ ਦੀ ਮੱਝ ਬਿੱਲੂ। ਅੱਜ ਉਹਨਾਂ ਦੇ ਇਸ ਕੀਤੇ ਹੋਏ ਦਾਅਵੇ ਦਾ ਦੂਸਰਾ ਦਿਨ ਹੈ ਅਤੇ ਹੁਣ ਅਸੀਂ ਤੁਹਾਨੂੰ ਲਾਈਵ ਦਿਖਾਉਣ ਜਾ ਰਹੇ ਹਾਂ ਇਹ ਅਜੀਬੋ ਗਰੀਬ ਕਲਾਸ। देख बिल्लू ਅੱਜ ਅਸੀਂ ਪੜਾਂਗੇ ਸਾਡੀ ਸਰਕਾਰ ਬਾਰੇ ਤੇ ਉਹਦੇ ਕੰਮਾਂ ਕਾਰਾਂ ਬਾਰੇ, ਕਿਉਂਕਿ ਇਹ ਜੋ ਪ੍ਰਬੰਧਕੀ ਢਾਂਚਾ ਹੈ ਨਾ, ਇਹ ਕਿਸੇ ਵੀ ਮੁਲਕ ਨੂੰ ਚਲਾਉਣ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹਦੇ ਵਿੱਚ ਸਾਰੇ ਵੱਡੇ ਫੈਸਲੇ ਵੀ ਸਰਕਾਰ ਕਰਦੀ ਹੈ ਤੇ ਉਹ ਸਰਕਾਰ ਕੌਣ ਚੁਣਦਾ ਹੈ? ਅਸੀਂ ਲੋਕ।